चंडीगढ़ मोहाली बॉर्डर पर 3 दिन से चल रहा किसानों का धरना आज खत्म हो गया। पंजाब के कृषि मंत्री और गवर्नर बनवारी लाल पुरोहित से मुलाकात के बाद किसानों ने धरने को वापस लेने का ऐलान कर दिया। हालांकि वापस लौट रहे किसानों ने चेतावनी जरूर दे दी है कि अगर 19 दिसंबर को सीएम मान के साथ मीटिंग में उनकी मांगों को नहीं माना गया तो वो आंदोलन एक बार फिर से शुरू कर देंगे। पंजाब में संयुक्त किसान मोर्चा के बैनर तले किसानों का चल रहा 3 दिवसीय धरना प्रदर्शन आज खत्म हो गया। धरने के आखिरी दिन कोई हाई वोल्टेज ड्रामा नहीं हुआ, क्योंकि पंजाब के कृषि मंत्री से लेकर राज्यपाल तक ने किसानों की समस्याओं को तफसील से सुना और उनकी मांगों पर उचित कार्रवाई का आश्वासन दिया। हालांकि धरने पर बैठे किसान धरना खत्म होने के बाद भी लंबी लड़ाई के लिए तैयार दिखे। किसान मोर्चे वालों ਜਿਹੜੀ ਕਾਲ ਦਿੱਤੀ ਗਈ ਸੀ 26 27 ਤੇ 28 ਨੂੰ ਅੱਜ ਆਖਰੀ ਦਿਨ ਹੈ ਤੇ ਕਿਸਾਨਾਂ ਨੇ ਜਿਹੜਾ ਆਪਣਾ ਸਾਰਾ ਸਮਾਨ ਹੁਣ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਹੁਣ ਇੱਥੋਂ ਦੀ ਜਿਹੜੀ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਖੇਤੀਬਾੜੀ ਮੰਤਰੀ ਤੇ ਰਾਜਪਾਲ ਦੇ ਨਾਲ, ਸਾਫ਼ ਤੌਰ ਤੇ ਕਿਹਾ ਹੈ ਕਿ 19 ਤਰੀਕ ਨੂੰ ਉਹਨਾਂ ਦੀ ਮੀਟਿੰਗ ਜਿਹੜੀ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਊਗੀ ਅਤੇ ਕਿਸਾਨ ਜਿਹੜੇ ਆਪਣਾ ਸਮਾਨ ਹੁਣ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ, ਹੁਣ ਟਰਾਲੀਆਂ ਵਿੱਚ ਰੱਖ ਰਹੇ ਨੇ। ਸਾਡੇ ਨਾਲ ਇਸ ਸਰਦਾਰ ਸਾਹਿਬ ਮੌਜੂਦ ਨੇ। ਸਮਾਨ ਇਕੱਠਾ ਕਰਨਾ ਸ਼ੁਰੂ ਹੋ ਚੁੱਕਿਆ ਹੈ, ਕਿਸਾਨ ਜਿਹੜੇ ਹੁਣ ਵਾਪਸੀ ਕਰ ਰਹੇ ਨੇ। ਕੀ ਕਹੋਗੇ ਜਿਹੜੇ 3 ਦਿਨ ਦੀ ਕੋਲ 3 ਦਿਨ ਜਿਹੜੇ ਕਿਸਾਨ ਇਕੱਠੇ ਬੈਠੇ ਸੀਗੇ? ਦੇਖੋ ਜੀ 3 ਦਿਨ ਮਾ ਜਿੱਤ ਹੋਈ ਹੈ। 19 ਤਰੀਕ ਟਾਈਮ ਰੱਖਿਆ ਭਗਵੰਤ ਮਾਨ ਨੇ, ਟਾਈਮ ਲੱਤਾ 19 ਤਰੀਕ ਦਾ। ਜੇ 19 ਤਰੀਕ ਨੂੰ ਨਾ ਮੰਨਿਆ ਆਹ ਸਮਾਨ ਅਸੀਂ ਤਾਂ ਰੱਖ ਰਹੇ ਹਾਂ ਵੀ ਦੁਬਾਰਾ 20 ਤਰੀਕ ਨੂੰ ਫੇਰ ਤਿਆਰੀ ਹੋ ਜਾਵੇ। धरना प्रदर्शन के तीसरे दिन किसान नेताओं ने सबसे पहले पंजाब के कृषि मंत्री गुरमीत खुडिया से मुलाकात की, जहां उन्होंने पंजाब सरकार के सामने अपनी मांगों को रखा। मीटिंग में तय हुआ कि 4 दिसंबर को किसानों की तरफ से अपनी मांगों का एक ड्राफ्ट कृषि मंत्री को सौंपा जाएगा, जिसके बाद 19 दिसंबर को पंजाब के मुख्यमंत्री भगवंत मान के साथ उनकी मीटिंग होगी। मीटिंग में किसान नेताओं के द्वारा सीएम के इस ट्वीट को लेकर भी आपत्ति जताई गई, जो किसानों के प्रदर्शन को लेकर किया गया था। देखो जी ਅਸੀਂ ਤਾਂ ਮੋਦੀ ਦੀ ਧੌਣਵਾਂ ਤੇ ਕੀਲਾ ਕੱਢਤਿਆ। ਇਹ ਤਾਂ ਸੋਰੀ ਹੈ ਕਿਆ ਚੀਜ਼ ਹੈ ਕੀਲੀ ਹੈ। ਹੁਣ ਕਿਹੜੇ ਅਸੀਂ ਕਾਸੀ ਦੇ ਦੁਕਾਨਾਂ ਟਰੈਲੀਆਂ ਕਿਤੇ ਕੰਮ ਲੈਣਾ ਹੈ ਜਾਂ ਅਸੀਂ ਜੀਰੀ ਢੋਣੀ ਸਾਡੇ ਕੰਮ ਨਿਬੜੇ ਵੇ। ਅਸੀਂ ਇਹ ਤੰਬੂ ਵਾਲੀਆਂ ਕਿਹੜੇ ਕਿਸੇ ਨੇ ਨਹੀਂ ਛੇੜਨੀਆਂ ਹੈਗੀਆਂ, ਜਾ ਕੇ ਇਦਾਂ ਹੀ ਖੜਾਣੀਆਂ ਹੈ ਸਮਾਨ ਦੇ ਸਣਾ ਸ਼ੈਡਾਂ ਦੇ ਵਿੱਚ। ਜੇ 19 ਨੂੰ ਨਾ ਮੰਨਦਾ ਹੋਇਆ ਵੀ ਮੇਰਾ ਗਵਰਨਰ ਰਾਜੀ ਵਾਂਗੂ ਚੱਲੀ ਜਾਂਦਾ ਸੀ, ਉਦੋਂ ਵੀ ਅਸੀਂ ਉਹਦੀਆਂ ਮੰਗਾਂ ਬਣਾ ਕੇ ਵਗੇ। ਤੀਜੀ ਵਾਰ ਮੇਰੀ ਸਮਝ ਵਿੱਚ ਅਸੀਂ ਮੰਗਾਂ ਬਣਾਈਆਂ ਜਿਹੜਾ देश का प्रधानमंत्री ਨੂੰ ਘੇਰਿਆ, ਜਿਹੜੇ ਤਿੰਨੇ ਕਾਲੇ ਕਾਨੂੰਨ बिजली एक्ट पराली एक्ट ये मंगा बनाई। कृषि मंत्री से मुलाकात के बाद किसान नेताओं ने राजभवन का रुख किया। पुलिस की बस में बैठकर करीब दर्जन भर किसान नेता गवर्नर बनवारी लाल पुरोहित से मुलाकात करने राजभवन पहुंचे, जहां करीब पौने घंटे तक बातचीत हुई। राजभवन से निकलने के बाद किसानों ने किसी से भी बातचीत नहीं की और सभी मोहाली में धरना स्थल पर चले गए, जहां उन्होंने अपने आंदोलन को खत्म करने का ऐलान किया। ਰਿੱਕੀ ਵੀ ਮੌਜੂਦ ਨੇ। ਦੇਖੀਏ ਕਿਵੇਂ ਦੇਖਦੇ ਆ, ਕਿਉਂਕਿ ਅੱਜ ਕਿਸਾਨ ਜਿਹੜੇ ਨੇ ਇੱਥੋਂ ਹੁਣ ਨਿਕਲ ਚੁੱਕੇ ਨੇ। ਹੁਣ ਕੋਲ ਦਿੱਤੀ ਗਈ ਹੈ, ਜੋ ਪਹਿਲਾਂ 3 ਦਿਨ ਦੀ ਕੋਲ ਸੀ ਇਕੱਠੇ ਹੋ ਜਾਓ, ਹੁਣ 1 ਮਿੰਟ 'ਚ ਕੋਲ ਦਿੱਤੀ ਹੈ ਵੀ ਵਾਪਸ ਹੋ ਜਾਓ। ਮੰਗਾਂ ਮੰਨੀਆਂ ਗਈਆਂ, ਮੰਗਾਂ ਦਾ ਕੋਈ ਗੱਲਬਾਤ ਹੋਈ ਹੈ ਵੈਸੇ? ਹੁਣ ਨਹੀਂ, ਦੇਖੋ 1 ਮਿੰਟ 'ਚ ਕਾਲ ਨਹੀਂ। ਜਦੋਂ ਪਹਿਲਾਂ ਕਾਲ ਸੀ ਇਹ ਐਸਕੇਐਮ ਨੈਸ਼ਨਲ ਦੀ ਕਾਲ ਸੀ, ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ 3 ਦਿਨ ਦਾ ਧਰਨਾ ਲਾ ਕੇ ਉੱਥੇ ਤਾਂ ਇੱਕ ਅਸੀਂ ਸਰਕਾਰਾਂ ਜਿਹੜੀਆਂ ਕਾਫੀ ਵਿੱਚ ਸਰਕਾਰਾਂ ਨੂੰ ਇਹ ਲੱਗਦਾ ਸੀ ਵੀ ਇਹ ਆਪਸ 'ਚ ਪਾਟ ਗਏ। ਇੱਕ ਦੂਸਰੀ ਗੱਲ ਇਹਨਾਂ ਨੂੰ ਇਹ ਲੱਗਦਾ ਸੀ ਵੀ ਲੋਕਾਂ ਇਹਨਾਂ ਪਿੱਛੇ ਇਕੱਠ ਨਹੀਂ ਰਿਹਾ ਲੋਕਾਂ ਦਾ, ਕਿਸਾਨ ਨਹੀਂ ਰਹੇ। ਪਰ ਜਿਹੜਾ ਇਹ ਹਜੂਮ ਆਇਆ, ਜਿਹੜਾ ਆਵਾਮ ਆਇਆ, ਇਹਨੇ ਸਰਕਾਰਾਂ ਤੇ ਦਬਾਅ ਪਾਇਆ। ਸਰਕਾਰਾਂ ਨੇ ਤਾਂ ਹੀ ਸਾਨੂੰ ਮੀਟਿੰਗਾਂ ਲਈ ਬੁਲਾਇਆ ਤੇ ਸਰਕਾਰਾਂ ਨੂੰ ਅਸੀਂ ਇਹ ਚੀਜ਼ ਦਾ ਆਸ਼ਵਾਸਨ ਲੈ ਕੇ ਚੱਲੇ ਸਰਕਾਰਾਂ ਨੂੰ ਵੀ ਸਾਡੀਆਂ ਮੰਗਾਂ ਦੇ ਜੇ ਕੋਈ ਹੱਲ ਨਾ ਕੀਤਾ ਤਾਂ ਅਸੀਂ ਫਰਦਰ ਐਸਕੇਐਮ ਦੀ ਮੀਟਿੰਗ ਕਰਕੇ ਕੋਈ ਹੋਰ ਡਿਸੀਜਨ ਵੀ ਲੈ ਸਕਦੇ ਹਾਂ ਕਮਿੰਗ ਡੇਜ਼ ਦੇ ਵਿੱਚ। किसान नेताओं ने गवर्नर के सामने वीजा का भी मुद्दा उठाया। किसानों का कहना था कि आंदोलन के दौरान जिन किसानों पर केस दर्ज किए गए उनके बच्चों को वीजा की समस्या का भी सामना करना पड़ रहा है, जिस पर गवर्नर ने तत्काल एक्शन लेते हुए इस मुद्दे पर डीजीपी से बात की। ਇੱਕ ਅਸੀਂ ਮਾਨਯੋਗ ਗਵਰਨਰ ਸਾਹਿਬ ਕੋਲ ਇਹ ਮੁੱਦਾ ਉਠਾਇਆ ਸੀਗਾ ਵੀ ਜਿਹੜੇ ਜਿਨ੍ਹਾਂ ਤੇ ਕੇਸ ਹੋਏ ਆ ਚੰਡੀਗੜ੍ਹ ਦੇ ਵਿੱਚ ਯੂਟੀ ਦੇ ਵਿੱਚ, ਉਹ ਬੱਚਿਆਂ ਨੇ ਕਈਆਂ ਨੇ ਪਾਸਪੋਰਟ ਰਿਨਿਊ ਕਰਾਉਣੇ ਆ, ਕਿਸੇ ਨੇ ਬਾਹਰ ਜਾਣਾ, ਉਹ ਨਹੀਂ ਹੋ ਰਹੇ। ਉਹ ਵੀ ਉਹਨਾਂ ਨੇ ਤੁਰੰਤ ਦੇ ਨਾਲ ਉਹਨਾਂ ਨੇ ਡੀਜੀ ਸਾਹਿਬ ਨੂੰ ਕਿਹਾ ਵੀ ਇਹਦੇ ਤੇ ਕੀਤਾ ਜਾਵੇ, ਵਰਕ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਜਿਵੇਂ ਪਾਸਪੋਰਟ ਰਿਨਿਊਅਲ ਜਾਂ ਹੋਰ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਸੌਰਟ ਆਊਟ ਕੀਤਾ ਜਾਵੇ। ਤਾਂ ਇਹ ਤੁਹਾਡੇ ਚੈਨਲ ਥਰੂ ਵੀ ਮੈਂ ਕਹਿੰਦਾ ਵੀ ਜੇ ਕਿਸੇ ਤੇ ਇੱਥੇ ਯੂਟੀ ਦੇ ਵਿੱਚ ਕੇਸ ਹੋਇਆ ਕਿਸਾਨ ਅੰਦੋਲਨ ਦੌਰਾਨ, ਉਹ ਮੇਰੇ ਨਾਲ ਸੰਪਰਕ ਕਰਨ, ਮੈਂ ਐਡਮਿਨਿਸਟ੍ਰੇਸ਼ਨ ਨਾਲ ਸੰਪਰਕ ਕਰਕੇ ਉਹਨਾਂ ਦਾ ਜੋ ਵੀ ਹੈਗਾ ਮਸਲਾ ਉਹਦਾ ਹੱਲ ਕਰਾਂਗੇ ਅਸੀਂ।
फिलहाल धरना तो खत्म हो गया है, पर जाते जाते किसानों ने चेतावनी दी है कि अगर उनकी मांगों को नहीं माना गया तो फिर से मोहाली चंडीगढ़ बॉर्डर को दिल्ली मोर्चे की तरह तब्दील करने में वो देर नहीं करेंगे। मोहाली से अभिषेक मुनरो के साथ ब्यूरो रिपोर्ट, आज तक। प्रदर्शन खत्म होने के बाद किसान नेता दर्शन पाल ने आज तक से आंदोलन के आगे की रणनीति को लेकर क्या कहा है, देखिए। ਦਿੱਲੀ ਅੰਦੋਲਨ ਤੋਂ ਜਦੋਂ ਕਿਸਾਨ ਵਾਪਸ ਆਏ ਸੀ ਤਾਂ ਕੇਂਦਰ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਵੀ ਤੁਸੀਂ ਇੱਥੋਂ ਉੱਠ ਜਾਓ, ਤੁਹਾਡੇ ਸਾਰੇ ਵਾਅਦੇ ਪੂਰੇ ਕਰਨਗੇ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ 26, 27 ਤੇ 28, ਅੱਜ 28 ਤਰੀਕ ਹੈ, 28 ਅੱਜ ਤੀਜਾ ਦਿਨ ਹੈ। ਸਾਡੇ ਨਾਲ ਦਰਸ਼ਨਪਾਲ ਜੀ ਮੌਜੂਦ ਨੇ। ਦਰਸ਼ਨ ਜੀ, 3 ਦਿਨ ਦੀ ਜਿਹੜੀ ਕਾਲ ਦਿੱਤੀ ਗਈ ਸੀ ਤੇ ਅੱਜ ਮੀਟਿੰਗ ਵੀ ਕੀਤੀ ਗਈ ਹੈ ਖੇਤੀਬਾੜੀ ਮੰਤਰੀ ਦੇ ਨਾਲ, ਰਾਜਪਾਲ ਦੇ ਨਾਲ, ਕੀ ਕੁਝ ਅੱਜ ਹੋਇਆ? ਪਹਿਲੇ ਖੇਤੀਬਾੜੀ ਮੰਤਰੀ ਨਾਲ ਕੀ ਗੱਲਬਾਤ? ਇਹਦਾ ਦੇਖੋ, ਅੰਦੋਲਨ ਸਾਡਾ ਅੰਦੋਲਨ ਦਾ ਇੱਕ ਪੜਾਅ ਹੈ ਇਹ 26, 27, 28 3 ਦਿਨ ਦਾ ਜਿਹੜਾ ਮਹਾ ਪੜਾਅ ਹੋਇਆ ਇਹ ਪੂਰੇ ਦੇਸ਼ ਦੀਆਂ 24 ਰਾਜਧਾਨੀਆਂ 'ਚ ਚੱਲਿਆ। ਔਰ ਦੋ ਇੰਪੋਰਟੈਂਟ ਗੱਲ ਹੈ ਵੀ ਇੱਕ ਤਾਂ ਪੂਰੇ ਦੇਸ਼ 'ਚ ਹੋਇਆ ਇਹ, ਦੂਸਰਾ ਇਹ ਕਿ ਇਹਦੇ 'ਚ ਜਿਹੜੇ ਟ੍ਰੇਡ ਯੂਨੀਅਨਾਂ ਨੇ ਉਹਨਾਂ ਦੇ ਨਾਲ ਮਿਲ ਕੇ ਕੀਤਾ ਗਿਆ ਇਹ, ਤੇ ਤੀਸਰਾ ਇਹਦੇ 'ਚ ਇਹ ਹੈ ਵੀ ਇਹ ਇੱਕ ਅੰਦੋਲਨ ਦਾ ਕਹਿ ਲਓ ਕਿ ਇੱਕ ਜਿਹਨੂੰ ਕਹਿੰਦੇ ਹੁੰਦੇ ਆ ਫਿਲਮ ਤੋਂ ਪਹਿਲਾਂ ਦਾ ਟ੍ਰੇਲਰ ਹੈ ਦਿੱਲੀ ਸਰਕਾਰ ਲਈ। ਅੱਜ ਅਸੀਂ ਰਾਜਪਾਲ ਨੂੰ ਆਪਣੀਆਂ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਸੀ ਤੇ ਕੁਝ ਐਡ ਕੀਤੀਆਂ ਮੰਗਾਂ ਸੀ ਉਹਦਾ ਮੰਗ ਪੱਤਰ ਦੇ ਆਏ ਆ ਤੇ ਉਹ ਤੋਂ ਮੰਗ ਕੀਤੀ ਹੈ ਵੀ ਤੁਸੀਂ ਇਹ ਮੰਗਾਂ ਨੂੰ ਕੇਂਦਰ ਸਰਕਾਰ ਨੂੰ ਕਹੋ ਕਿ ਕੇਂਦਰ ਸਰਕਾਰ ਇਹਨਾਂ ਨੂੰ ਮੰਗਾਂ ਨੂੰ ਮੰਨੇ। ਔਰ ਇਹ ਆਸ ਕਰਦੇ ਆ, ਰਾਜਪਾਲ ਨੇ ਵੀ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਨੂੰ ਇਹ ਮੰਗਾਂ ਭੇਜ ਦੂਗਾ। ਪੰਜਾਬ ਸਰਕਾਰ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਗੱਲਬਾਤ ਕੀਤੀ ਹੈ ਖੇਤੀ ਮੰਤਰੀ ਨਾਲ, ਔਰ ਖੇਤੀ ਮੰਤਰੀ ਨੇ ਵਿਸ਼ਵਾਸ ਦਵਾਇਆ 19 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਦਾ ਐਲਾਨ ਕੀਤਾ। ਔਰ ਪੰਜਾਬ ਦੇ ਮੁੱਖ ਮੰਤਰੀ ਨਾਲ ਪੰਜਾਬ ਦੀਆਂ ਸਾਰੀਆਂ ਮੰਗਾਂ ਜਿਵੇਂ ਕਿ ਕੁਝ ਫਸਲਾਂ ਦਾ MSP ਹੈ ਜਾਂ ਪਰਾਲੀ ਵਾਲੇ ਕੇਸਾਂ ਦੀ ਵਾਪਸੀ ਹੈ, ਅਵਾਰਾ ਪਸ਼ੂਆਂ ਦਾ ਮਸਲਾ ਹੈ, ਆਬਾਦਕਾਰ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਾ ਜਾਂ ਕੋਆਪਰੇਟਿਵ ਅਦਾਰਿਆਂ ਵਿੱਚ ਵਨ ਟਾਈਮ ਸੈਟਲਮੈਂਟ ਕਰਨ ਦਾ, ਇਹ ਜਿਹੜੇ ਮੁੱਦੇ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਇਹ 19 ਤਰੀਕ ਨੂੰ ਡਿਸਕਸ ਹੋਣਗੇ। ਉਹਦੇ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਜੂਗੀ ਮਸਲਿਆਂ ਨੂੰ ਮਤਲਬ ਕਿ ਮਸਲਿਆਂ ਨੂੰ ਸਟ੍ਰੀਮਲਾਈਨ ਕਰਨ ਵਾਸਤੇ ਅਫਸਰਸ਼ਾਹੀ ਦੇ ਨਾਲ ਤੇ ਮੰਤਰੀਆਂ ਨਾਲ ਗੱਲਬਾਤ ਹੋ ਕੇ 19 ਤਰੀਕ ਨੂੰ ਉਹਨਾਂ ਨੂੰ ਫਾਈਨਲ ਰੂਪ ਦਿੱਤਾ ਜਾਵੇ। 19 ਤਰੀਕ ਜਿਹੜੀ ਦਿੱਤੀ ਗਈ ਹੈ ਮੀਟਿੰਗ ਦੇ ਲਈ, ਦਰਸ਼ਨ ਜੀ, ਕਿਉਂਕਿ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਮੰਗ ਕਰ ਰਹੇ ਸੀਗੇ ਵੀ ਅਸੀਂ ਅੱਜ ਖੇਤੀਬਾੜੀ ਨਾਲ ਗੱਲਬਾਤ ਕਰਾਂਗੇ, ਰਾਜਪਾਲ ਨਾਲ ਗੱਲਬਾਤ ਕੀਤੀ ਹੈ, ਕਿਵੇਂ ਦੇ ਦਿਓ? ਕਿਉਂਕਿ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀਗਾ ਵੀ ਕਿਸਾਨ ਜਿਹੜੇ ਨੇ ਉਹ ਪਰੇਸ਼ਾਨ ਕਰਦੇ ਨੇ। ਅਸੀਂ ਉਹਨਾਂ ਨੇ ਜੋ ਟਵੀਟ ਕੀਤਾ ਆਪਣਾ ਉਹਦਾ ਅਸੀਂ ਉਹਨਾਂ ਕੋਲ ਵਿਰੋਧ ਜਾਰੀ ਕਰਾਇਆ ਕਿ ਮੁੱਖ ਮੰਤਰੀ ਨੂੰ ਕਹੋ ਵੀ ਇਹੋ ਜਿਹੇ ਟਵੀਟ ਨਾ ਕਰਿਆ ਕਰੇ, ਸਾਡੇ ਕਿਸਾਨਾਂ ਅੰਦਰ ਬੜਾ ਗੁੱਸਾ ਸੀ। ਕਹਿੰਦੇ ਬੰਦੇ ਇਕੱਠੇ ਨਹੀਂ ਹੋਣਗੇ ਕਿਸਾਨਾਂ ਤੋਂ, ਉਹਨਾਂ ਦੇ ਸਾਹਮਣੇ ਆ ਹੁਣ ਅਸੀਂ ਦੇਖ ਬੰਦੇ ਇਕੱਠੇ ਟ੍ਰੇਲਰ ਕਿੰਨੀ ਦੂਰੋਂ ਆ ਕੇ ਲੋਕ ਇੱਥੇ ਬੈਠੇ ਨੇ, ਹਰ ਰੋਜ਼ ਵੱਧਦੇ ਰਹੇ ਨੇ, ਪਰਸੋਂ ਨਾਲੋਂ ਕੱਲ ਵੱਧ ਸੀ, ਕੱਲ ਨਾਲੋਂ ਅੱਜ ਵੱਧ ਨੇ। ਸੋ ਮੁੱਖ ਮੰਤਰੀ ਨੇ ਜਿਹੜਾ ਟਵੀਟ ਕੀਤਾ ਬੜਾ ਗੈਰ ਜ਼ਿੰਮੇਵਾਰਾਨਾ ਤੇ ਬੜਾ ਕਿਸਾਨ ਵਿਰੋਧੀ ਸੀ। ਤਾਂ ਕਿਆ ਹੁਣ ਇੱਕ ਆਖਰ ਸਵਾਲ, ਕਿਆ ਕਿਸਾਨ ਨੇ ਅੱਜ ਮੋਰਚਾ ਇੱਥੋਂ ਚੱਕ ਲਿਆ? ਹਾਂ, ਐਲਾਨ ਹੋ ਗਿਆ ਅੱਜ ਮੋਰਚਾ ਚੱਕਣਾ ਸੀ। ਅਸੀਂ ਬਾਲ ਉਹਨਾਂ ਦੇ ਕੋਰਟ ਦੇ ਵਿੱਚ ਭੇਜਤੀ ਹੋਈ ਆ, ਉਹ ਅੱਗੇ ਕਿਵੇਂ ਰਿਸਪੌਂਸ ਕਰਦੇ ਨੇ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਆਲ ਇੰਡੀਆ ਦੀ ਬਾਡੀ ਦੀ ਮੀਟਿੰਗ ਕਰਾਂਗੇ ਔਰ ਪੂਰੇ ਦੇਸ਼ ਦੇ ਵਿੱਚ ਅੰਦੋਲਨ ਨੂੰ ਅੱਗੇ ਵਧਾਉਣ ਲਈ ਉਹ ਕੀ ਤੈਅ ਕਰਦਾ, ਦਿੱਲੀ ਕੂਚ ਦਾ ਤੈਅ ਕਰਦੇ ਨੇ ਜਾਂ ਦਿੱਲੀ ਘੇਰਨ ਦਾ ਤੈਅ ਕਰਦੇ ਨੇ, ਉਹਦੇ 'ਚ फैसला होगा। पंजाब विधानसभा का 2 दिवसीय शीत सत्र आज से शुरू हो गया है। सत्र के पहले दिन विपक्ष ने माइनिंग और रोजगार के मुद्दे पर सरकार को घेरा है, तो वहीं पंजाब सरकार ने मंत्रियों ने आरोपों पर तीखा पलटवार भी किया है। सत्र के पहले ही मान सरकार के द्वारा 2 बिलों को भी पास करा दिया गया। यही सुनवाई होगी, 1 करोड़ का बजट उन्होंने कहा कि साल 2200 पंजाब विधानसभा का शीतकालीन सत्र आज से शुरू हो गया। सत्र की शुरुआत दिवंगत आत्माओं को श्रद्धांजलि देने के साथ हुई। 0 आवर के दौरान विपक्ष ने आरोपों और सवालों के साथ सरकार पर हमला बोला और सैंड माइनिंग, प्राइवेट टैक्सी, मोहल्ला क्लिनिक, पक्की नौकरी समेत कई मुद्दों पर सरकार को घेरने की कोशिश की। शांतिपूर्ण तरीके से चल रही सदन की कार्रवाई में बहस उस वक्त तीखी हो गई जब कांग्रेस विधायक परगट सिंह ने प्रोफेसर बलविंदर कौर सुसाइड केस और माइनिंग का मुद्दा उठाकर मान सरकार को घेरने की कोशिश की। ਜਿਹੜੀ ਮਾਈਨਿੰਗ ਹੈ, ਹਾਲਾਤ ਇੱਥੋਂ ਤੱਕ ਹੋ ਗਏ ਕਿ ਜਿਹੜਾ ਭੋਲਾ ਡਰੱਗ ਕੇਸ ਦੇ ਵਿੱਚ ਤੁਹਾਨੂੰ ਯਾਦ ਹੋਣਾ ਬਹੁਤ ਇੱਕ ਵੱਡਾ ਕੇਸ ਹੋਇਆ, ਉਹਦੀ ਜਿਹੜੀ ਈਡੀ ਨੇ ਅਟੈਚ ਕੀਤੀ ਜ਼ਮੀਨ ਆ ਉਹਦੇ ਤੇ ਤਾਜ਼ਾ ਮਾਈਨਿੰਗ ਜਿਹੜੀ ਆ ਉਹ ਹੋ ਰਹੀ ਆ ਔਰ ਹੋ ਵੀ ਕਿਹਨਾਂ ਦੇ ਹਲਕੇ ਚ ਰਹੀ ਆ, ਸਾਡੇ
ਹਰਜੋਤ ਬੈਂਸ ਜੀ ਆਨਰੇਬਲ ਮਿਨਿਸਟਰ ਸਾਹਿਬ ਦੇ ਹਲਕੇ ਦੇ ਵਿੱਚ, ਔਰ ਦੂਜਾ ਜਿਹੜਾ 1158 ਜਿਹੜੇ ਲੈਕਚਰਰ ਆ ਜਿਹਦੇ ਵਿੱਚ ਸਾਡੀ ਇੱਕ ਭੈਣ ਛੋਟੀ ਨੇ ਸੁਇਸਾਈਡ ਕਰ ਲਿਆ। ਸਪੀਕਰ ਸਾਹਿਬ, ਇਹ ਪਹਿਲਾ ਹੀ ਕੇਸ ਹੋਣਾ ਜਿਹਨੇ ਸੁਇਸਾਈਡ ਕੀਤਾ। ਪੁਲਿਸ ਇੰਨੀ ਕਾਹਲੀ ਸੀ ਵੀ ਉਹਨਾਂ ਦੇ ਪਰਿਵਾਰ ਦੇ ਉੱਤੇ ਪਰਚਾ ਦਰਜ ਕਰਤਾ। ਮੈਂ ਆਈ ਟਾਕ ਟੂ ਡੀਜੀਪੀ, ਆਈਜੀ ਐਂਡ ਐਸਐਸਪੀ, ਮੈਂ ਕਿਹਾ ਯਾਰ ਕਮ ਸੇ ਕਮ ਪੰਜਾਬ ਦੇ ਵਿੱਚ ਇੰਨੇ ਹਾਲਾਤ ਤਾਂ ਨਾ ਮਾੜੇ ਕਰੋ। ਔਰ ਮੈਨੂੰ ਇਸ ਗੱਲ ਦਾ ਸਮਝ ਹੈ ਵੀ ਜਿਹੜੀ ਉਹਨਾਂ ਨੇ ਆ ਨੋਟ ਲਿਖਿਆ ਸੀ ਉਹਦੇ ਵਿੱਚ ਹਰਜੋਤ ਬੈਂਸ ਜੀ ਦਾ ਨਾਂ ਵੀ ਸੀਗਾ। ਔਰ ਜਿਹੜੀ ਸਰਕਾਰ ਹੁੰਦੀ ਹੈ ਨਾ, ਮਾਂ ਪਿਓ ਹੁੰਦੀ ਆ, ਲੇਕਿਨ ਇਹਨਾਂ ਦੀ ਐਰੋਗੈਂਸੀ ਇੰਨੀ ਆ, 1.5 ਸਾਲ ਉਹਨਾਂ ਬੱਚਿਆਂ ਨੂੰ ਸੁਣਿਆ ਤੱਕ ਨਹੀਂ ਹੈ। ਜਿਹੜੇ ਲੋਕ ਅੱਜ ਪਤਾ ਲੱਗੇ ਪੰਜਾਬ ਨੂੰ ਕਿ ਅਸਲੀ ਕਾਤਿਲ ਹੈ ਕੌਣ ਸਰ, ਬੜੇ ਆਸਾਨੀ ਨਾਲ ਕਹਿ ਦਿੱਤਾ ਕਿ ਸਾਡੇ ਹਲਕੇ ਚੋਂ ਤਾਂ ਦਰਿਆ ਵਗਦਾ ਨਹੀਂ। ਸਰ ਸਾਡੀ ਧਰਤੀ ਹੈ ਅਨੰਦਪੁਰ ਸਾਹਿਬ, ਪੰਜਾਬ ਦਾ 70% ਸਰ ਗ੍ਰੈਵਲ ਤੇ ਸੈਂਡ ਉਸ ਧਰਤੀ ਤੋਂ ਆਂਦਾ ਜਾਂ ਪਠਾਨਕੋਟ ਤੋਂ ਆਂਦਾ। ਸਰ ਮੇਰੇ ਭਾਣੇ ਅੱਜ ਇਹ ਸਾਰੇ ਲਿਖ ਕੇ ਦੇ ਦੇਣ ਕਿ ਇਹਨਾਂ ਦੀ ਕਨਸਟੀਟੂਐਂਸੀ 'ਚ ਕੋਈ ਸੜਕ, ਕੋਈ ਘਰ ਦੀ ਲੋੜ ਨਹੀਂ, ਤੇ ਮੈਂ ਆਪ ਕਹਿੰਦਾ ਕਿ ਮੇਰੇ ਹਲਕੇ 'ਚੋਂ ਮਾਈਨਿੰਗ ਬੰਦ ਹੋਵੇ। ਸਰ ਸਾਡੇ ਤਾਂ ਪਾਣੀ ਡੂੰਘੇ ਹੋਈ ਜਾ ਰਹੇ ਆ। ਅਸੀਂ ਸਰ ਉਸ ਤੋਂ ਬਾਅਦ ਜਿਨ੍ਹਾਂ ਦੇ ਉੱਤੇ ਕਦੀ ਬਹੁਤ ਸੌਖਾ ਜੀ ਦਾ ਚਾਚਾ ਇਹਦਾ ਫਲਾਣਾ ਸਾਬਤ ਕਰ ਦੇਣ, ਸਰ I am ready to face any sir polygraph test, narco test। ਸਰ ਹਰਜੋਤ ਬੈਂਸ ਸੇ ਸੌਂ ਇਮਾਨਦਾਰੀ ਨਾਲ ਸਰ ਮੈਂ ਮਾਈਨਿੰਗ ਮਿਨਿਸਟਰ ਰਿਹਾ, ਅੱਜ ਤੱਕ ਦਾ ਇਸ ਪੰਜਾਬ ਦਾ ਹਾਈਐਸਟ ਰੈਵਨਿਊ ਸਿਰਫ ਸਰ ਸਾਡੇ ਕਾਲ ਦੇ ਵਿੱਚ ਸੀਐਮ ਸਾਹਿਬ ਦੀ ਦੇਖ ਰੇਖ ਵਿੱਚ ਇੱਕੋ ਹੀ ਬੰਦਾ ਸਰ, ਅੱਜ ਤੱਕ ਸਰ ਇੱਕੋ ਹੀ ਵੱਡਾ ਜਿਹੜਾ ਇਸ ਮਾਈਨਿੰਗ ਮਾਫੀਆ ਦੇ ਵਿੱਚ ਅਗਰ ਰਾਕੇਸ਼ ਚੌਧਰੀ ਨੂੰ ਕਿਸੇ ਨੇ ਅੰਦਰ ਪਾਇਆ, ਉਹ ਹਰਜੋਤ ਬੈਂਸ ਨੇ बतौर माइनिंग मिनिस्टर पाया। नेता विपक्ष प्रताप सिंह बाजवा ने भी हाल ही में माइनिंग मिनिस्टर के बदलने को लेकर सरकार से सवाल पूछा। उन्होंने कहा कि ऐसा क्या हुआ कि आप सरकार में अब तक 3 बार माइनिंग मिनिस्टर को बदलने की जरूरत पड़ी है। मैं कहना जिन्हें भी किते कीती हाउस की कमेटी बनाओ, लेट अस विजिट हाउस की कमेटी जाए, ऑल पार्टी मैंबर्स जान, असी जाके विजिट करिए। ਭਾਵੇਂ ਸਾਡੇ ਛੋਟੇ ਵੀਰ ਨੇ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਹੈ, ਭਾਵੇਂ ਦੁਆਬੇ ਦੀ, ਭਾਵੇਂ ਮਾਝੇ ਦੀ ਜਾਂ ਮਾਲਵੇ ਦੀ ਹੈ, ਲੈਟ ਦੈਟ ਕਮੇਟੀ ਗੋ ਐਂਡ ਸੀ। देयर आर वेरी सीरियस aspersions cast by the honorable high court also। ਥੈਂਕ ਯੂ। ਤੁਸੀਂ ਕਿਰਪਾ ਕਰੋ, ਤੁਸੀਂ ਖੁਦ ਇਹ ਗੱਲ ਕਹੀ ਸੀ ਕਿ 20,000 ਕਰੋੜ ਰੁਪਈਆ ਸਾਲ ਦਾ ਮਾਈਨਿੰਗ ਚੋਂ ਦਾਂਗੇ ਜੀ। 18 ਮਹੀਨਿਆਂ ਬਾਅਦ 30,000 ਕਰੋੜ ਚਾਹੀਦਾ, 125 ਕਰੋੜ रुपया निराया। विधानसभा सत्र के दौरान सदन के बाद पंजाब सिविल सचिवालय के कर्मचारियों के प्रदर्शन की तस्वीरें भी सामने आई। प्रदर्शन करने वाले कर्मचारी ओपीएस और डीए जैसे मुद्दों पर सरकार के खिलाफ प्रदर्शन कर रहे थे। 0 आवर के बाद सीएम भगवंत मान ने सदन को संबोधित किया और आने वाले दिनों में इंफ्रास्ट्रक्चर, रेवेन्यू, हेल्थ और एग्रीकल्चर में आर्टिफिशियल इंटेलिजेंस के इस्तेमाल की घोषणा की। आर्टिफिशियल इंटेलिजेंस पायलट किया छोटा जा, सिर्फ सड़कों की रिपेयर की जिहड़ी मैनुअल एस्टीमेट सीगे जिहड़े कि किन्नियां सड़कां टुट गईयां, किन्ने खड्डे ने, उन्हां नूं भरन ते किन्ने पैसे लगणगे, असी मैनुअल जिहड़ी सी वो करवा के जिहड़ी आई हुई सी साडे कोल पिछली वार दी, असी उहदे विच नाल AI इंट्रोड्यूस करती। तुहानूं हैरानी होऊगी कि 65,000 किलोमीटर सड़कों का एक गैस असी करवाया, 163.26 करोड़ रुपया मैनुअल एस्टीमेट नालों घट होया जी। कल्ला घट नहीं होया, कल्ला घट नहीं होया। 540 किलोमीटर इहो जिहियां सड़कां लभीआं जिहड़ियां है ही नहीं। 540 किलोमीटर इहो जिहियां सड़कां जिन्हां दी रिपेयर भी होई गई ते जिहड़ियां कागजां 'च भी रहीआं पर सड़क ते है, धरती ते है नहीं। मान ने अपने भाषण के दौरान बीजेपी प्रधान सुनील जाखड़ और केंद्र सरकार को लेकर भी तंज कसा। बीजेपी जिहड़ी पार्टी इन्नी एंटी पंजाब चल रही है हर गल ते, स्पीकर साहब ये इन्ने पंजाब विरोधी ने। मैं पूछना चाहूँगा उन्होंने प्रधान साहब जिहड़े पंजाब दे ने, पहला इधर प्रधान हुंदे सी ते उन्होंने साबका मुख मंत्री जिहड़े पहला इसे सीट ते बहिंदे सी अजकल उधर ने, मैं उन्होंने भी पूछना चाहूँगा इन्ना पंजाब विरोधी फैसले ते फिर भी तुसीं चुप हो? जे इन्हां दा वस चलदा ना जी, जे सेंटर वालियां दा वस चलदा, सत्ताधारी जिहड़े सेंटर च ने, जे उन्हां दा वस चलदा हुंदा ना, ये जनगण मन चों भी पंजाब कढ दिंदे।
सत्र के पहले दिन पंजाब सरकार के द्वारा 2 बिलों को भी पेश कर पास कराया गया, जो पंजाब की अर्थव्यवस्था के सुधार से जुड़े हैं। कहा जा रहा है कि सरकार के द्वारा कल 3 बिल और पेश किए जाएंगे। कहा यह भी जा रहा है कि गन्ना किसानों को लेकर कल सीएम कोई बड़ा ऐलान कर सकते हैं। मतलब आज तक ब्यूरो। जिਵੇਂ डॉक्टर कहते हैं कि क्या आप जानते हैं कि डायबिटीज़ का कनेक्शन आपकी हड्डियों के साथ भी होता है? अगर नहीं पता है तो हमारी ये रिपोर्ट आपको ज़रूर देखनी चाहिए, जो चंडीगढ़ पीजीआई की रिपोर्ट पर आधारित है। चंडीगढ़ पीजीआई की एक रिसर्च में पता चला है कि डायबिटिक मरीजों की हड्डियां सामान्य आदमी की हड्डियों की तुलना में कमज़ोर हो जाती हैं, जिससे उनके फ्रैक्चर होने का खतरा बढ़ जाता है। देखिए हमारी ये खास रिपोर्ट। अच्छा है अगर आप ऐसे लोगों में शामिल हैं जो सुबह सवेरे वॉक पर जाते हैं, एक्सरसाइज करते हैं, पसीना बहाते हैं। अच्छा है अगर आपकी हेल्दी लाइफस्टाइल है, खान पान के मामले में संयम है और भोजन में हरी सब्जियां और फल शामिल हैं। अगर आपने बढ़िया लाइफस्टाइल का मंत्र अपना लिया है तो तय मानिए कि आप डायबिटीज से बचे रहेंगे, जिसकी चपेट में आज देश के 1/4 लोग हैं। यकीन कीजिए अगर आप खान पान को लेकर लापरवाह हैं तो आपको डायबिटीज होने की संभावना ज्यादा है, और अगर इस बीमारी ने धर दबोचा तो इसका असर दिल, दिमाग, किडनी और आंख पर हो सकता है। इतना ही नहीं, पीजीआई चंडीगढ़ की नई रिपोर्ट बताती है कि इसकी वजह से हड्डियां कमजोर हो सकती हैं, हड्डियों के टूटने का खतरा बढ़ सकता है। पीजीआई चंडीगढ़ की ये रिपोर्ट डायबिटीज से जुड़े खतरे को लेकर सावधान करती है। सबसे पहले आपको बताते हैं कि पीजीआई चंडीगढ़ में क्या रिसर्च हुई। अस्पताल के एंडोक्रिनोलॉजी विभाग ने रिसर्च के लिए 70 लोगों को चुना। सभी मरीजों के कूल्हे की हड्डी बदली गई थी। इनमें 40 मरीज सामान्य थे, जबकि 30 मरीजों को डायबिटीज थी। सभी के कूल्हे की हड्डियों पर रिसर्च की गई, जिसमें आईआईटी रोपड़ के इंजीनियर्स भी शामिल हुए। हड्डियों पर रिसर्च के बाद पता चला कि ऐसे मरीज जिन्हें डायबिटीज थी, उनकी हड्डियां कमजोर थी। पीजीआई चंडीगढ़ की स्टडी बताती है कि डायबिटीज का कनेक्शन हड्डियों से भी है, यानी ये बीमारी हड्डियों को कमजोर करती है, साथ ही मोटे तौर पर हड्डियों की क्वालिटी को नुकसान पहुंचाता है। लेकिन बड़ी चिंता की बात यह है कि हड्डियों के फ्रैक्चर की संभावना बढ़ जाती है। कुछ वेस्टर्न लिटरेचर आ रहा था, उसमें ये दिखा रहे थे कि टाइप 1 डायबिटीज में फ्रैक्चर रिस्क बढ़ जाता है, और ये 5 to 6 टाइम बढ़ जाता है एज कम्पेयर टू द नॉर्मल हेल्दी पॉपुलेशन। तो ये क्यों बढ़ता है वो देखने के लिए हमने एक स्टडी किया था। तो उसमें हमने हाई रेजोल्यूशन पेरिफेरल QCT नाम का एक इंस्ट्रूमेंट हमारे पास है, उससे हमने इनका बोन का आर्किटेक्चर देखा था कि बोन का अंदर का जो माइक्रोस्कोपिक स्ट्रक्चर है वो कैसा है। तो उसमें हमने ये देखा कि टाइप 1 डायबिटीज पेशेंट्स में जो बोन माइक्रो आर्किटेक्चर है वो डिटोरिएट होता है कंपेयर टू हेल्दी कंट्रोल। यानी डायबिटीज सिर्फ शरीर के अहम अंगों को ही प्रभावित नहीं करता, बल्कि हड्डियों के लिए भी हानिकारक है। इसलिए इस बीमारी को लेकर सावधानी जरूरी है और उसके लिए लाइफस्टाइल ठीक करना होगा। सबसे पहले वजन कंट्रोल करें, मीठा न के बराबर खाएं। हड्डियों को मजबूत रखना है तो विटामिन डी की कमी ना होने दें। थोड़ी देर सुबह की धूप में बैठें, एक्टिव रहें, 45 मिनट एक्सरसाइज करें, सुबह या शाम टहलने जाएं और रोजाना 8 घंटे की नींद जरूर पूरी करें। साथ ही पानी खूब पिएं। सेब, संतरा, अमरूद और दूसरे फल खाएं। खीरा, पालक, लौकी और करेला जैसी हरी सब्जियों को भोजन में शामिल करें। बादाम, अखरोट और पिस्ता जैसे ड्राई फ्रूट की आदत डालें। संतुलित और हेल्दी खानपान से डायबिटीज को रोका जा सकता है। इसके अलावा कैल्शियम और विटामिन डी से हड्डियों को मजबूत किया जा सकता है।